ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ। ਮੈਂ ਜਗਜੀਤ ਸਿੰਘ ਲੈ ਕੇ ਤੁਹਾਡੇ ਲਈ ਖਾਸ ਪੇਸ਼ਕਸ਼ ਗੂੰਜਾਂ ਸਿੱਖ ਵਿਰਸੇ ਦੀਆਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖੀ ਦੇ ਪ੍ਰਚਾਰ ਦੇ ਲਈ ਕੀ ਕਾਰਜ ਕੀਤੇ ਜਾ ਰਹੇ ਨੇ, ਇਸ ਦੀ ਜਾਣਕਾਰੀ ਆਪ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਦਿੰਦੇ ਹਾਂ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਮਸਲਿਆਂ ਤੇ ਕੀ ਪ੍ਰਤੀਕਿਰਿਆ ਰਹਿੰਦੀ ਹੈ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਂਦਾ ਹੈ, ਇਸ ਤੇ ਵੀ ਨਜ਼ਰ ਪਾਵਾਂਗੇ। ਸੋ ਸ਼ੁਰੂਆਤ ਕਰਦੇ ਹਾਂ ਇਸ ਦੀ, ਜਿਸ ਦਾ ਨਾਮ ਹੈ ਗੂੰਜਾਂ ਸਿੱਖ ਵਿਰਸੇ ਦੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਆਰੰਭਤਾ ਡੇਰਾ ਬਾਬਾ ਨਾਨਕ ਸਥਿਤ ਭਾਰਤ ਪਾਕ ਸਰਹੱਦ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਰਸ਼ਨ ਸਥਲ ਤੋਂ ਕਰਨ ਦਾ ਐਲਾਨ ਕੀਤਾ ਹੈ। ਸਾਡੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਨੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਖਾਸ ਗੱਲਬਾਤ ਕੀਤੀ। ਸਿੱਖ ਕੌਮ ਤੋਂ ਵਿਛੜੇ ਪਾਕਿਸਤਾਨ ਸਥਿਤ ਪਾਵਨ ਪਵਿੱਤਰ ਗੁਰਧਾਮਾਂ ਦੇ ਦਰਸ਼ਨਾਂ ਲਈ ਹਰ ਸਿੱਖ ਰੋਜ਼ਾਨਾ ਸਵੇਰੇ ਸ਼ਾਮ ਅਰਦਾਸ ਕਰਦਾ ਹੈ। ਪਿਛਲੇ ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਦੇ ਸੰਬੰਧੀ ਹਾਂ ਪੱਖੀ ਸੰਕੇਤ ਦਿੱਤੇ ਜਾਣ ਤੋਂ ਬਾਅਦ ਇਸ ਸੰਬੰਧੀ ਚਰਚਾ ਜਿਹੜੀ ਹੈ ਉਹ ਤੇਜ਼ ਹੋ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਦੇ ਹੇਠ ਇੱਕ ਵਫਦ ਇੱਥੇ ਪਹੁੰਚਿਆ ਹੈ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ। ਗੱਲ ਕਰਾਂਗੇ ਉਹਨਾਂ ਦੇ ਨਾਲ, ਜਾਣਾਂਗੇ ਕਿ ਅੱਜ ਇਸ ਜਿਹੜੀ ਵਿਜ਼ਿਟ ਹੈ ਇਹਦਾ ਕੀ ਮੁੱਦਾ ਹੈ ਜੀ। ਸੋ ਅੱਜ ਦੀ ਸਾਡੀ ਜਿਹੜੀ ਇਹ ਵਿਜ਼ਿਟ ਹੈ, ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ 550 ਸਾਲਾ ਜਿਹੜਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਔਰ ਉਹ ਸ਼ਤਾਬਦੀ ਨੂੰ ਜਿਹੜੀ ਸ਼ੁਰੂਆਤ ਹੈਗੀ ਉਹ ਇਸ ਮਹਾਨ ਧਰਤੀ ਤੋਂ ਅਸੀਂ ਕਰਨ ਜਾ ਰਹੇ ਹਾਂ। ਡੇਰਾ ਬਾਬਾ ਨਾਨਕ ਸਾਹਿਬ ਦੀ ਮਹਾਨ ਧਰਤੀ ਹੈ, ਜਿੱਥੇ ਗੁਰੂ ਸਾਹਿਬ ਦੇ ਪਵਿੱਤਰ ਚਰਨ ਕਮਲ ਪਏ ਨੇ ਲੰਮਾ ਸਮਾਂ ਇੱਥੇ ਰਹਿ ਕੇ, ਔਰ ਉਹਨਾਂ ਨੇ ਕਿਰਤ ਕਰਨ ਦਾ ਸੰਦੇਸ਼ ਸਾਨੂੰ ਬਖਸ਼ਿਆ ਹੈ। ਸੋ ਇੱਥੋਂ ਅਸੀਂ ਸਾਰੀ ਇਸ ਬਾਰਡਰ ਦੇ ਉੱਤੋਂ ਸਾਰੇ ਫੰਕਸ਼ਨ ਕਰਨੇ ਨੇ 10 ਤੇ 11 ਜਿਹੜੀ ਹੈ ਨਵੰਬਰ ਨੂੰ, ਔਰ 2 ਦਿਨ ਦੇ ਪ੍ਰੋਗਰਾਮ ਜਿਹੜੇ ਇੱਥੇ ਹੋਣੇ ਨੇ, ਜਿੱਥੇ ਸਾਰੇ ਨੇੜੇ ਉਹਨਾਂ ਦੇ 30 ਕਿਲੋਮੀਟਰ ਤੋਂ ਸਾਰੇ ਪਿੰਡਾਂ ਦੇ ਵਿੱਚੋਂ ਸੰਗਤ ਆਪਣੇ ਨਗਰ ਕੀਰਤਨ ਲੈ ਕੇ ਆਵੇਗੀ। ਤੋਂ ਇੱਥੇ ਸਾਰਾ ਦਿਨ ਕੀਰਤਨ ਦਰਬਾਰ ਵੀ ਹੋਵੇਗਾ, ਢਾਡੀ ਦਰਬਾਰ ਵੀ ਹੋਵੇਗਾ, ਅਤੇ ਰਾਤ ਨੂੰ ਜਿਹੜਾ ਸਾਡਾ ਲੇਜਰ ਸ਼ੋਅ ਜਿਹੜਾ ਉਹ ਵੀ ਹੋਵੇਗਾ, ਅਤੇ ਆਸਤਬਾਜ਼ੀ ਵੀ ਜਿਹੜੀ ਅਸੀਂ ਕੀਤੀ ਜਾਵੇਗੀ। ਸਾਰੀ ਇਹ ਸਰਕਾਰ ਤੋਂ ਪਰਮਿਸ਼ਨ ਲੈ ਕੇ ਅਸੀਂ ਕਰਾਂਗੇ, ਤਾਂ ਕਿ ਇੱਥੇ ਖੜ੍ਹ ਕੇ ਸੰਗਤ ਜਿੱਥੇ ਉਹ ਸਾਰੇ ਪ੍ਰੋਗਰਾਮਾਂ ਦੇ ਆਨੰਦ ਮਾਣਗੀਆਂ, ਅਤੇ ਨਾਲ ਦੇ ਨਾਲ ਸਾਹਮਣੇ ਜੋ ਸਾਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਉਹਦੇ ਵੀ ਦਰਸ਼ਨ ਕਰਨਗੀਆਂ। ਕਿਉਂਕਿ ਲੰਮੇ ਸਮੇਂ ਤੋਂ ਸਿੱਖਾਂ ਦੀ ਭਾਵਨਾ ਹੈ ਕਿ ਜਿਹੜਾ ਗੁਰਦੁਆਰਾ ਕਰਤਾਰਪੁਰ ਹੈ ਔਰ ਉੱਥੇ ਲਾਂਘਾ ਦਿੱਤਾ ਜਾਵੇ, ਤਾਂ ਕਿ ਸਿੱਖਾਂ ਦੀ ਭਾਵਨਾ ਹੈ, ਉਹਨਾਂ ਦੀ ਆਸਥਾ ਹੈ ਕਿ ਉੱਥੇ ਜਾ ਕੇ ਅਸੀਂ ਦਰਸ਼ਨ ਕਰ ਸਕੀਏ। ਭਾਵੇਂ ਅੱਜ ਇਹ ਗੱਲ ਚੱਲੀ ਹੈ, ਇਸ ਤੋਂ ਪਹਿਲਾਂ ਅਸੀਂ ਸਾਰੇ ਮਿਲ ਕੇ, ਸਾਡੇ ਪ੍ਰਧਾਨ ਮੰਤਰੀ ਸੀ ਮੋਦੀ ਜੀ, ਉਹਨਾਂ ਨੂੰ ਮਿਲ ਕੇ ਆਏ ਸੀ, ਜੀਕੇ ਸਾਹਿਬ ਵੀ ਸੀ, ਮੈਂ ਵੀ ਸੀ, ਸਿਰਸਾ ਜੀ ਸੀ, ਨਾਲ ਸਾਡੇ ਪ੍ਰਧਾਨ ਜੀ ਸੀ ਸੁਖਬੀਰ ਸਿੰਘ ਬਾਦਲ। ਸਾਰਿਆਂ ਨੇ ਮੰਗ ਕੀਤੀ ਸੀ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲ ਕਰੇ ਕਿ 550 ਸਾਲਾ ਜਿਹੜਾ ਦਿਨ ਆ ਰਿਹਾ, ਉਹ ਦਿਹਾੜਾ ਆ ਰਿਹਾ, ਉਸ ਦਿਨ 'ਤੇ ਇਹ ਲਾਂਘਾ ਜਿਹੜਾ ਹੈ ਖੋਲ੍ਹਿਆ ਜਾਵੇ। ਸਾਨੂੰ ਬੜੀ ਆਸ ਹੈ ਸਤਿਗੁਰੂ ਕੇ, ਸਾਡੀ ਅਰਦਾਸ ਵੀ ਹੈ ਕਿ ਸਾਡੀਆਂ ਸਾਰੀਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸਾਡੀ ਅਰਦਾਸਾਂ ਕਬੂਲ ਹੋਣਗੀਆਂ ਕਿ ਇਹ ਲਾਂਘਾ ਜਿਹੜਾ ਹੈਗਾ ਸਾਨੂੰ ਪੂਰਨ ਆਸ ਹੈ ਕਿ ਜ਼ਰੂਰ ਮਿਲੇਗਾ, ਗੁਰੂ ਦੀ ਕਿਰਪਾ ਦੇ ਨਾਲ ਹੋਏਗਾ। ਤੋਂ ਅਸੀਂ ਇਹਦੇ ਲਈ ਯਤਨ ਵੀ ਅਸੀਂ ਆਰੰਭੇ ਨੇ, ਉਹ ਲਗਾਤਾਰ ਰੱਖਾਂਗੇ। ਪਾਕਿਸਤਾਨ ਦੀ ਸਰਕਾਰ ਦੇ ਨਾਲ ਵੀ ਜਾ ਕੇ ਸਾਡਾ ਇੱਕ ਵਫਦ ਵੀ ਜਾਵੇਗਾ, ਉਹਨਾਂ ਨਾਲ ਵੀ ਜਾ ਕੇ ਗੱਲ ਕਰਿਆ ਕਿ ਲਾਂਘਾ ਜਿਹੜਾ ਹੈਗਾ ਇਹ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਦਿੱਤਾ ਜਾਵੇ, ਤਾਂ ਕਿ ਅਸੀਂ ਜਾ ਕੇ ਉੱਥੇ ਨਮਸਕਾਰ ਕਰ ਸਕੀਏ। ਜੀ ਕਿ ਸਾਹਿਬ, ਪਿਛਲੇ ਸਮੇਂ ਦੌਰਾਨ ਵੱਖ-ਵੱਖ ਸਮੇਂ 'ਤੇ ਜਿਹੜੇ ਯਤਨ ਕਾਫੀ ਕੀਤੇ ਗਏ, ਪਰ ਅਜੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਕੁਝ ਦਿਨ ਪਹਿਲਾਂ ਸੰਕੇਤ ਜ਼ਰੂਰ ਪਾਕਿਸਤਾਨ ਵੱਲੋਂ ਦਿੱਤਾ ਗਿਆ, ਪਰ ਕੀ ਲੱਗਦਾ ਹੈ 550 ਸਾਲਾਂ 'ਚ 1.25 ਸਾਲ ਦੇ ਕਰੀਬ ਸਮਾਂ ਪਿਆ, ਉਦੋਂ ਤੱਕ ਲਾਂਘਾ ਖੁੱਲ੍ਹਣ ਦੀ ਆਸ ਹੈ? ਮੈਂ ਸਮਝਦਾ ਕਿ 1947 ਤੋਂ ਲਗਾਤਾਰ ਹਰ ਸਿੱਖ ਸਵੇਰੇ ਸ਼ਾਮ ਅਰਦਾਸ ਕਰਦਾ ਉਹ ਗੁਰਧਾਮ ਗੁਰਦੁਆਰੇ ਜਿਹੜੇ ਪੰਥ ਤੋਂ ਵਿਛੋੜੇ ਗਏ ਖੁੱਲ੍ਹੇ ਦਰਸ਼ਨਦਾਰੇ ਦੇ ਬਖਸ਼ੋ। ਗੁਰੂ ਮਿਹਰ ਕਰੇਗਾ। ਔਰ ਜਿਹੜਾ ਪਹਿਲਾ ਸਮਾਗਮ SGPC ਦਿੱਲੀ ਕਮੇਟੀ ਔਰ ਸੰਤ ਸਮਾਜ ਔਰ ਨਿਹੰਗ ਸਿੰਘ ਜਥੇਬੰਦੀਆਂ ਸਾਰੇ ਮਿਲ ਕੇ ਇੱਥੇ 10 ਔਰ 11 ਨੂੰ ਰਾਤ ਦਾ 10 ਦਾ ਪ੍ਰੋਗਰਾਮ ਹੈ, ਸਵੇਰੇ 11 ਨੂੰ ਨਗਰ ਕੀਰਤਨ ਇੱਥੇ ਆਉਣਗੇ। ਨਵੰਬਰ ਦੇ ਵਿੱਚ ਆਤਿਸ਼ਬਾਜ਼ੀ ਹੋਏਗੀ, ਢਾਡੀ ਪ੍ਰਸੰਗ ਹੋਣਗੇ, ਕਵੀ ਦਰਬਾਰ ਹੋਣਗੇ। ਮੈਂ ਸਮਝਦਾ ਵਾਂ ਕਿ ਉੱਥੇ ਅਰਦਾਸ ਵੀ ਕੀਤੀ ਜਾਏਗੀ। ਔਰ ਅੱਜ ਵੀ ਅਸੀਂ ਇੱਥੇ ਹੁਣੇ ਮੂਲ ਮੰਤਰ ਦਾ ਪਾਠ ਕਰਾਂਗੇ ਔਰ ਉਹਦੇ ਬਾਅਦ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਦੋਵੇਂ ਸਰਕਾਰਾਂ ਨੂੰ ਸਮਤ ਬਖਸ਼ੋ। ਇਹ ਗੁਰੂ ਨਾਨਕ ਪਾਤਸ਼ਾਹ ਕਿਸੇ ਕੌਮ ਦੇ ਨਹੀਂ ਸੀਗੇ, ਗੁਰੂ ਨਾਨਕ ਪਾਤਸ਼ਾਹ ਸਾਂਝੀਵਾਲਤਾ ਦਾ ਪ੍ਰਤੀਕ ਸੀਗੇ। ਔਰ ਉਹਨਾਂ ਨੂੰ ਜਿੰਨੇ ਹਿੰਦੂ ਜਿੰਨੇ ਮੁਸਲਮਾਨ, ਮੈਂ ਸਮਝਦਾ ਕਿ ਇਮਰਾਨ ਖਾਨ ਦਾ ਵੀ ਕਿਤੇ ਨਾ ਕਿਤੇ ਬਿਆਨ ਆਇਆ ਕਿ ਉਹ ਆਖਦੇ ਨੇ ਕਿ ਉਹ ਵੀ ਸਾਡੇ ਵੀ ਗੁਰੂ ਨੇ। ਮੈਂ ਸਮਝਦਾ ਵਾਂ
ਕਿ ਗੁਰੂ ਮਹਾਰਾਜ ਮਿਹਰ ਕਰੇਗਾ ਅਸੀਂ ਇੱਥੇ ਵੀ ਇਹੀ ਅਰਦਾਸ ਕਰਕੇ ਜਾਵਾਂਗੇ ਜੋ 1947 ਤੋਂ ਹਰੇਕ ਸਿੱਖ ਸਵੇਰੇ ਸ਼ਾਮ ਭਾਵੇਂ ਘਰ 'ਚ ਕਰੇ, ਗੁਰਦੁਆਰੇ 'ਚ ਕਰੇ, ਨਗਰ ਕੀਰਤਨਾਂ 'ਚ ਕਰੇ, ਇਹ ਲਾਂਘੇ ਦੀ ਔਰ ਇਹ ਗੁਰਦੁਆਰੇ ਦੇ ਦਰਸ਼ਨਾਂ ਦੀ ਅਰਦਾਸ ਕਰਦਾ। ਗੁਰੂ ਮਹਾਰਾਜ ਮਿਹਰ ਬਖਸ਼ਣਗੇ। ਸਰਸਾ ਜੀ, ਜੇਕਰ ਸਮਾਗਮਾਂ ਦੀ ਗੱਲ ਕੀਤੀ ਹੋਵੇ ਤਾਂ ਸਰਹੱਦ ਤੇ ਪਹਿਲੀ ਵਾਰ ਜਿਹੜਾ ਹੈ ਇਸ ਲੈਵਲ ਦਾ ਸਮਾਗਮ ਕੀਤਾ ਜਾ ਰਿਹਾ ਅੰਤਰਰਾਸ਼ਟਰੀ ਪੱਧਰ ਦਾ, ਕੀ ਖਾਸ ਰਹੂਗਾ ਇਸ ਸਮਾਗਮ? ਦੇਖੋ ਹੁਣ ਤੱਕ ਦਾ ਇਹ ਪਹਿਲਾ ਸਮਾਗਮ ਜਿਹੜਾ ਇਹ ਬਹੁਤ ਹੀ ਅਲੌਕਿਕ ਕਿਸਮ ਦਾ ਸਮਾਗਮ ਹੋਣ ਜਾ ਰਿਹਾ ਹੈ, ਜਿੱਥੇ ਅਸੀਂ ਇੱਥੇ ਬੜੇ ਵੱਡੇ ਹਾਈ ਫੋਕਸ ਕੈਮਰੇ ਲਗਾ ਕੇ ਗੁਰੂ ਘਰ ਦੇ ਦਰਸ਼ਨ ਜਿਹੜੇ ਇੱਥੇ ਵੱਡੀਆਂ ਸਕਰੀਨਾਂ ਦੇ ਉੱਤੇ ਸਾਰੀ ਸੰਗਤ ਨੂੰ ਕਰਾਉਣਾ ਚਾਹੁੰਦੇ ਹਾਂ। ਉੱਥੇ ਹੀ 10 ਤਰੀਕ ਨੂੰ ਔਰ 11 ਤਰੀਕ ਨੂੰ ਜਿੱਥੇ ਇੱਥੇ ਕੀਰਤਨ ਦਰਬਾਰ ਸਜਾਏ ਜਾਣਗੇ, ਨਾਲ ਹੀ ਲੇਜ਼ਰ ਸ਼ੋਅ ਦੇ ਰਾਹੀਂ ਇੱਕ ਐਸਾ ਲੌਕਿਕ ਪ੍ਰੋਗਰਾਮ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ 'ਤੇ ਕੀਤਾ ਜਾਊਗਾ। ਔਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਉਹ ਉੱਥੋਂ ਦੀ ਪਾਕਿਸਤਾਨ ਦੀ ਸਰਕਾਰ ਉਸ ਵੇਲੇ ਗੁਰੂ ਘਰ ਦਾ ਇਹ ਲਾਈਟਨਿੰਗ ਦਾ ਇੰਤਜ਼ਾਮ ਕਰੇ। ਜੇਕਰ ਉਹ ਕਰ ਸਕਣ ਤੇ ਉੱਥੇ ਵੀ ਕੀਰਤਨ ਦਰਬਾਰ ਹੋਣ ਜਿਵੇਂ ਇੱਧਰ ਹੋ ਰਹੇ ਨੇ, ਪਰ ਅਸੀਂ ਉੱਥੇ ਕੀਰਤਨ ਦਰਬਾਰ ਵੀ ਕਰਾਂਗੇ, ਲਾਈਟ ਐਂਡ ਸਾਊਂਡ ਸ਼ੋਅ ਕਰਾਂਗੇ, ਲੇਜ਼ਰ ਸ਼ੋਅ ਕਰਾਂਗੇ ਔਰ ਨਾਲ ਹੀ 11 ਤਰੀਕ ਰਾਤ ਲੇਟ ਨਾਈਟ ਜਦੋਂ 12 ਵਜੇ ਦਾ ਟਾਈਮ ਹੋ ਰਿਹਾ ਹੋਊਗਾ, ਉਸ ਵੇਲੇ 365 ਦਿਨ ਰਹਿ ਗਏ ਹੋਣਗੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ, 550 ਸਾਲਾ ਪ੍ਰਕਾਸ਼ ਪੁਰਬ ਨੂੰ, ਉਹਦਾ ਆਗਾਜ਼ ਕੀਤਾ ਜਾਊਗਾ ਬੜੀ ਵੱਡੀ ਅਸਤਬਾਜੀ ਦੇ ਨਾਲ, ਔਰ ਤਾਂ ਕਿ ਦੁਨੀਆ ਇੱਕ ਵਾਰ ਦੇਖੋ ਔਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਹੜਾ ਸਣਿਆ ਜਿਹੜਾ ਹੈ ਉਹਨਾਂ ਦੇ, ਉਹ ਵੀ ਗੁਰੂ ਨਾਨਕ ਦੇਵ ਜੀ ਦੇ ਵਾਸਤੇ ਉਹਨਾਂ ਦੇ ਵੀ ਦਿਲ ਧੜਕਦੇ ਨੇ, ਅਸੀਂ ਵੀ ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਹਾਂ। ਉਹ ਵੀ ਉਹ ਜਿਹੇ ਉਹ ਵੀ ਨਾਨਕ ਦੇ ਚੇਲੇ ਨੇ, ਅਸੀਂ ਵੀ ਗੁਰੂ ਨਾਨਕ ਜੀ ਚਰਨਾਂ ਨਾਲ ਜੁੜੇ ਹਾਂ। ਦੋਵਾਂ ਦੀ ਭਾਵਨਾ ਇੱਕ ਆ, ਪਰ ਇਹ ਸਰਕਾਰਾਂ ਨੇ, ਹੋ ਸਕਦਾ ਹੈ ਸਰਕਾਰ ਦਾ ਮਨ ਪਿਘਲੇ ਤੇ ਗੁਰੂ ਦੀ ਜਿਹੜੇ ਦਰਸ਼ਨਾਂ ਦੀ ਤਾਂਘ ਜਿਹੜੀ ਇੰਨੀ ਦੇਰ ਅਰਦਾਸ ਜਿਹੜੀ ਸਿੱਖ ਕਰਦਾ ਆ ਉਹ ਪੂਰੀ ਹੋ ਜਾਵੇ। ਗੱਲ ਕੀਤੀ ਜਾ ਰਹੀ ਸਰਕਾਰਾਂ ਦੇ ਪੱਧਰ ਦੀ, ਪਰ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਪਾਕਿਸਤਾਨ ਨਾਲ ਇਸ ਤਰ੍ਹਾਂ ਦਾ ਰਾਬਤਾ ਕੀਤਾ ਗਿਆ? ਜਿਸ ਤਰ੍ਹਾਂ ਦਿੱਲੀ ਅੰਬੈਸੀ ਹੈ ਪਾਕਿਸਤਾਨ ਦੀ, ਉਹਨਾਂ ਨਾਲ ਤੁਸੀਂ ਮਿਲੇ ਹੋ ਕੋਈ ਇਸ ਤਰ੍ਹਾਂ ਦਾ? ਅਸੀਂ 2 ਮੀਟਿੰਗਾਂ ਕਰ ਚੁੱਕੇ ਹਾਂ। ਇੱਕ ਅਸੀਂ ਆਪ ਗਏ ਸੀਗੇ ਦਿੱਲੀ ਕਮੇਟੀ ਵੱਲੋਂ, ਇੱਕ ਸਾਹ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਵੱਲੋਂ ਸਾਰਾ ਡੈਲੀਗੇਸ਼ਨ ਲੈ ਕੇ ਗਏ ਸੀਗੇ। ਸੋ ਮੈਂ ਸਮਝਦਾ ਵਾਂ ਕਿ ਅਸੀਂ ਪਾਕਿਸਤਾਨ ਨੂੰ ਕਈ ਦਫਾ, ਇੱਕ ਦਫਾ ਨਹੀਂ ਬਹੁਤ ਦਫਾ ਕਰ ਚੁੱਕੇ ਹਾਂ। ਪੋਜ਼ਿਟਿਵ ਉੱਥੋਂ ਸਾਈਨ ਆਇਆ, ਸਾਈਨ ਜਿਹੜਾ ਪੋਜ਼ਿਟਿਵ ਆਇਆ ਉਹ ਮੀਡੀਆ ਦੇ ਰਾਹੀਂ ਆਇਆ, ਲਿਖਤ ਰੂਪ 'ਚ ਆਵੇ। ਆਪਣੀ ਸਰਕਾਰ ਨੂੰ ਵੀ ਅਸੀਂ ਜਾ ਕੇ ਸਾਰੀ ਡਿਟੇਲ ਦੇਵਾਂਗੇ। ਪ੍ਰਧਾਨ ਜੀ, ਅਖੀਰ ਤੇ ਸੰਗਤਾਂ ਨੂੰ ਕੀ ਸੁਣਿਆ? ਬਹੁਤ ਵੱਡੇ ਪੱਧਰ ਤੇ ਸਮਾਗਮ ਕੀਤੇ ਜਾ ਰਹੇ ਨੇ ਪਹਿਲੀ ਪਾਤਸ਼ਾਹ ਦੇ 550 ਸਾਲਾਂ ਦੇ ਸੰਬੰਧ 'ਚ, ਸੰਗਤਾਂ ਉਸੇ ਕੀ? ਸੋ ਇੱਕ ਤਾਂ ਸੰਗਤਾਂ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਜਿਹੜਾ 10 ਤੇ 11 ਦਾ ਨਵੰਬਰ ਦਾ ਇੱਥੇ ਅਸੀਂ ਇਹ ਪ੍ਰੋਗਰਾਮ ਗੁਰਮਤਿ ਸਮਾਗਮ ਵੱਡੇ ਕਰ ਰਹੇ ਹਾਂ, ਸੋ ਵੱਧ ਤੋਂ ਵੱਧ ਹੁਮ ਆ ਕੇ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਪਹੁੰਚਣ ਔਰ ਉਹ ਇੱਥੇ ਅਸੀਂ ਅਰਦਾਸ ਕਰਾਂਗੇ। ਸਾਰੀ ਸੰਗਤਾਂ ਉਹ ਅਰਦਾਸ ਵਿੱਚ ਸ਼ਾਮਲ ਹੋਣ ਕਿ ਸਤਿਗੁਰੂ ਮਹਾਰਾਜ ਸਾਡੀ ਕਿਰਪਾ ਕਰਨ, ਸਾਡੀ ਅਰਦਾਸ ਪੂਰੀ ਹੋਵੇ ਕਿ ਅਸੀਂ ਜੋ ਸਾਡੀ ਮਨ ਦੀ ਭਾਵਨਾ ਹੈ, ਸਾਡੀ ਮਨ ਦੀ ਇੱਛਾ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਕੇ ਅਸੀਂ ਖੁੱਲ੍ਹੇ ਦਰਸ਼ਨ ਕਰ ਸਕੀਏ, ਉਹ ਲਾਂਘਾ ਸਾਨੂੰ ਮਿਲੇ। ਇੱਥੇ ਸਾਰੇ ਮਿਲ ਕੇ ਅਸੀਂ ਅਰਦਾਸ ਕਰਾਂਗੇ। ਸਾਰਿਆਂ ਨੂੰ ਬੇਨਤੀ ਹੈ ਕਿ ਉਹ ਅਰਦਾਸ ਵਿੱਚ ਸ਼ਾਮਲ ਹੋਣ ਸਾਰੀ ਸੰਗਤ। ਇਹ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ, ਕਿ ਜਿਨ੍ਹਾਂ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਦਾ 23 ਨਵੰਬਰ ਨੂੰ ਜੋ ਪ੍ਰਕਾਸ਼ ਗੁਰਪੁਰਬ ਆ ਰਿਹਾ, ਉਸ ਦੇ ਸੰਬੰਧ ਵਿੱਚ 10-11 ਨਵੰਬਰ ਨੂੰ ਇੱਥੇ ਬਹੁਤ ਵੱਡੇ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਸਮਾਗਮ ਕੀਤੇ ਜਾਣਗੇ। ਔਰ ਨਾਲ ਹੀ ਸੰਗਤਾਂ ਨੂੰ ਇਹਨਾਂ ਨੇ ਅਪੀਲ ਕੀਤੀ ਹੈ ਕਿ ਇਸ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਅਰਦਾਸ ਕਰਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਜਾ ਸਕੇ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ, PTC ਨਿਊਜ਼, ਡੇਰਾ ਬਾਬਾ ਨਾਨਕ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਿੰਟਿੰਗ ਪ੍ਰੈਸ ਦੀ ਰੈਨੋਵੇਸ਼ਨ ਅਤੇ ਨਵੀਂ ਬਿਲਡਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ ਅਤੇ ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਵੀ ਮੌਜੂਦ ਰਹੇ। ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦੁਆਰਾ ਅਰਦਾਸ ਕਰਨ ਉਪਰੰਤ ਸਰਦਾਰ ਮਨਜੀਤ ਸਿੰਘ ਤੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦੁਆਰਾ ਆਪਣੇ ਹੱਥੀਂ ਸਾਹਿਬ ਦਾ ਸੁਨੇਹਾ ਉਹੀ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਰੇ ਜਗਤ 'ਚ ਦਿੱਤਾ ਸੀ, 10 ਗੁਰੂਆਂ ਨੇ ਦਿੱਤਾ ਸੀਗਾ। ਗੁਰੂ ਨਾਨਕ ਪਾਤਸ਼ਾਹ ਦੇ ਸੁਨੇਹੇ ਤੇ ਅੱਗੇ ਚੱਲਦੇ ਹੋਏ ਗੁਰੂ ਗ੍ਰੰਥ ਸਾਹਿਬ ਭਵਨ ਜਿਹੜਾ ਸਾਡਾ ਰਕਾਬਗੰਜ ਸਾਹਿਬ ਸੀਗਾ, ਬੜੀ ਪੁਰਾਣੀ ਇਮਾਰਤ ਸੀ, ਪੁਰਾਣੀ ਮਸ਼ੀਨ ਸੀ। ਹੁਣ ਨਵੀਂ ਮਸ਼ੀਨ ਆ ਰਹੀ ਹੈ 4 ਕਲਰ, ਔਰ ਇਸ ਅਸਥਾਨ ਦੀ ਕਾਰ ਸੇਵਾ ਬਾਬਾ ਕਸ਼ਮੀਰਾ ਸਿੰਘ ਜੀ ਭੂਰੀ ਵਾਲਿਆਂ ਨੂੰ, ਉਹਨਾਂ ਦੇ ਸਾਥੀਆਂ ਨੂੰ ਦਿੱਤੀ ਹੈ। ਐਲੀਵੇਸ਼ਨ ਕੰਪਲੀਟ ਹੋ ਗਿਆ, ਅੱਜ ਪਹਿਲਾ ਲੈਂਟਰ ਪੈਣ ਜਾ ਰਿਹਾ। ਮੈਂ ਚਾਹੁੰਦਾ ਵਾਂ ਕਿ ਅਸੀਂ ਦੁਨੀਆ ਨੂੰ ਦਿਖਾਈਏ ਕਿ ਜਿੱਥੇ ਸਿੱਖਾਂ ਦਾ ਗੁਰੂ ਪ੍ਰਿੰਟ ਹੁੰਦਾ ਉਹਦੇ 'ਚ ਕਿਸ ਤਰੀਕੇ ਨਾਲ ਸਫਾਈ, ਕਿਸ ਤਰੀਕੇ ਨਾਲ ਮਰਿਆਦਾ, ਕਿਸ ਤਰੀਕੇ ਨਾਲ
ਉਹ ਸਾਰਾ ਇੰਤਜ਼ਾਮ ਕੀਤਾ ਗਿਆ ਜੋ ਲੇਟੈਸਟ ਟੈਕਨੋਲੋਜੀ ਦੇ ਨਾਲ ਹੈ। ਜਰਮਨੀ ਤੋਂ ਹਿੰਡਲਬਰਗ ਦੀ ਲੇਟੈਸਟ ਮਸ਼ੀਨ ਆ ਰਹੀ ਹੈ ਔਰ ਪਹਿਲੇ ਜਿਹੜੀ ਇਮਾਰਤ ਸੀਗੀ ਉਹ ਕਾਫੀ ਪੁਰਾਣੀ ਹੋ ਚੁੱਕੀ ਸੀ, ਕਾਫੀ ਰਿਪੇਅਰ ਮੰਗਦੀ ਸੀ, ਲੇਕਿਨ ਮਹਾਂਪੁਰਸ਼ਾਂ ਨੇ ਨਵੇਂ ਡਿਜ਼ਾਈਨ ਕਰਾ ਕੇ ਆਰਕੀਟੈਕਟ ਲਾ ਕੇ ਮੈਂ ਸਮਝਦਾ ਕਿ ਐਸਾ ਸਥਾਨ ਬਣੇਗਾ ਕਿ ਸ਼ਾਇਦ ਦੁਨੀਆ 'ਚ ਇਸ ਦੇ ਨਾਲ ਦਾ ਸਥਾਨ ਨਹੀਂ ਹੋਏਗਾ। ਮੈਂ ਸਮੂਹ ਸੰਗਤ ਨੂੰ, ਬਾਬਾ ਜੀ ਨੂੰ, ਹੈੱਡ ਗ੍ਰੰਥੀ ਸਾਹਿਬ ਨੂੰ, ਇਹਨਾਂ ਦੇ ਸਾਰੇ ਸਾਥੀਆਂ ਨੂੰ ਔਰ ਜਿਹੜੀ ਸੰਗਤ ਅੱਜ ਟੋਕਰਾ ਢੋਣ ਆਈ ਹੈ, ਮੈਂ ਸਮਝਦਾ ਇਹ ਹਰੇਕ ਕਦਮ ਚੱਲਿਆ, ਇਹ ਹਰੇਕ ਦਸਵੰਧ ਕੱਢਿਆ ਔਰ ਜਿਹੜੇ ਪਰਿਵਾਰਾਂ ਨੇ ਇਸ ਬਿਲਡਿੰਗ ਲਈ ਔਰ ਮਸ਼ੀਨ ਲਈ, ਭਾਵੇਂ ਉਹ ਚੱਡਾ ਪਰਿਵਾਰ ਹੈ, ਭਾਵੇਂ ਸਾਡੇ ਉਹ ਬੀਬੀ ਜੀ ਨੇ ਕੈਨੇਡਾ ਤੋਂ, ਮੈਂ ਸਮਝਦਾ ਵਾਂ ਕਿ ਜਿਨ੍ਹਾਂ ਨੇ ਵੀ ਇਹਦੇ ਵਾਸਤੇ ਦਸਵੰਧ ਕੱਢੇ ਨੇ ਔਰ ਉਹਦੇ ਵਿੱਚ ਨਿੱਜਰ ਸਾਹਿਬ ਨੇ ਅਮਰੀਕਾ ਤੋਂ, ਮੈਂ ਸਮਝਦਾ ਮੈਂ ਸਭ ਨੂੰ ਵਧਾਈ ਵੀ ਦਿੰਦਾ ਵਾਂ। ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਗੁਰੂ ਦੇ ਆਸ਼ੀਰਵਾਦ ਨਾਲ ਕੰਮ ਹੋ ਗਿਆ। ਜਿਹੜੇ ਸਰੂਪ ਨੇ ਅਸੀਂ ਦਿੱਲੀ ਦੇ ਵਿੱਚ ਇਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਜਿੱਥੇ ਲੋੜ ਹੋਵੇ ਉੱਥੇ ਮਰਿਆਦਾ ਚੈੱਕ ਕਰਕੇ ਭੇਜਦੇ ਹਾਂ, ਲੇਕਿਨ ਹੁਣ ਫੈਸਲਾ ਕੀਤਾ ਕਿ ਆਲੇ ਦੁਆਲੇ NCR ਦੇ ਵਿੱਚ ਉਹ ਭਾਵੇਂ ਯੂਪੀ, ਹਰਿਆਣਾ, ਰਾਜਸਥਾਨ ਦਾ ਕੁਝ ਏਰੀਆ ਸਾਡੇ ਲਾਗੇ ਪੈਂਦਾ ਹੈ। ਮੈਂ ਸਮਝਦਾ ਕਿ ਅਸੀਂ ਇਹਨਾਂ ਏਰੀਆਜ਼ ਦੇ ਵਿੱਚ ਜਿੱਥੇ ਵੀ ਮਹਾਰਾਜ ਦਾ ਸਰੂਪ ਹੋਏਗਾ, ਅਸੀਂ ਆਲਰੇਡੀ ਬੜੀ ਸੁੰਦਰ ਵਿਵਸਥਾ ਉਹਦੀ ਗੱਡੀ ਦੀ ਕੀਤੀ ਹੈ, ਪਰ ਉਹਦੇ ਵਾਸਤੇ ਵੱਡੀ ਕੋਚ ਵੀ ਬਣਾਉਣੀ ਪਈ। ਅਸੀਂ ਪਾਲਕੀ ਸਾਹਿਬ ਦੇ ਵਿੱਚ ਮਰਿਆਦਾ ਦੇ ਨਾਲ ਉਹ ਸਰੂਪ ਉਹਨਾਂ ਲੋਕਾਂ ਤੱਕ ਪਹੁੰਚਾਵਾਂਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਚਾਹੁੰਦੇ ਨੇ। ਦੁਨੀਆ ਦੇ ਵਿੱਚ ਅਗਰ ਸ਼ਾਂਤੀ ਆਣੀ ਹੈ ਤਾਂ ਸਵਾਏ ਗੁਰੂ ਗ੍ਰੰਥ ਸਾਹਿਬ ਦੇ ਸਨੇਹ ਤੋਂ ਨਹੀਂ ਆ ਸਕੇ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਵਕਫੇ ਦੇ ਲਈ। ਚੁਰਾਸੀ ਸਿੱਖ ਕਤਲੇਆਮ ਦੀ ਅਹਿਮ ਗਵਾਹ ਸ਼ਾਮ ਕੌਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਫੋਨ ਉੱਤੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਅਤੇ ਕਿਹਾ ਜਾ ਰਿਹਾ ਕਿ ਜੇਕਰ ਉਹ ਅਦਾਲਤ ਵਿੱਚ ਜਾ ਕੇ ਗਵਾਹੀ ਦਿੰਦੇ ਨੇ ਤਾਂ ਉਹਨਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸੇ ਸੰਬੰਧੀ ਸ਼ਾਮ ਕੌਰ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਹਰਪ੍ਰੀਤ ਸਿੰਘ ਬੰਦੇਸ਼ਾਹ ਨੇ। 1984 ਦੇ ਸਿੱਖ ਦੰਗਿਆਂ ਦੇ ਵਿੱਚ ਸੱਜਣ ਕੁਮਾਰ ਦੀ ਸ਼ਮੂਲੀਅਤ ਹੈ ਜਾਂ ਨਹੀਂ, ਇਸ ਨੂੰ ਲੈ ਕੇ ਪਟਿਆਲਾ ਕੋਰਟ 'ਚ ਲਗਾਤਾਰ ਸੁਣਵਾਈ ਚੱਲ ਰਹੀ ਹੈ। ਇਹਦੇ ਵਿੱਚ ਇੱਕ ਸਭ ਤੋਂ ਜਿਹੜਾ ਇੰਟਰਸਟਿੰਗ ਇੱਕ ਮੋੜ ਆਇਆ, ਗਵਾਹ ਨੇ ਸ਼ਾਮ ਕੌਰ ਜਿਨ੍ਹਾਂ ਨੂੰ ਧਮਕੀ ਦਿੱਤੀ ਗਈ, ਜਿਨ੍ਹਾਂ ਨੂੰ ਪੈਸੇ ਤੋਂ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਨਾਲ ਸ਼ਾਮ ਕੌਰ ਮੌਜੂਦ ਨੇ। मैं आई हुई सी इधर रकाबगंज, मैं आई हुई सी पीछे बोहटी सी मेरी बड़े वाली, ओदे पास मेरे कागज, आधार कार्ड, फोटो, ये मेरी पोती दे, मेरी नहू दे और मेरी बेटी दे, दो सुल्तानपुरी रहंदी है, वो ले गई वो जनानी। ਤੁਹਾਡੇ ਨਾਲ ਕੀ ਗੱਲ ਹੋਈ ਉਸ ਜਨਾਨੀ ਦੀ? अभी श्यामी जब रात 9 बजे गई हैं, वो कहने लगी मैनू कि जा तो पैसे ले लो, ये मैं कागज इस वास्ते ले आई हैं। मैंने मेरे कागज दे दो, मैनू मेरे कागज मैनू दे दे, मैं गवाही बदलांगे नहीं। ਉਹਨੇ ਤੁਹਾਨੂੰ ਕਿਹਾ ਕਿ ਤੁਸੀਂ ਗਵਾਹੀ ਬਦਲ ਲਓ, ਤੁਸੀਂ ਗਵਾਹੀ ਨਾ ਦਿਓ। हाँ मत जाओ गवाही विच, गवाही विच जाओ ही मत, ये दस्या मैनू। ਕਿੰਨੇ ਪੈਸੇ ਉਹਨਾਂ ਨੇ ਦੱਸੇ ਤੁਹਾਨੂੰ? ਕਿੰਨੇ ਪੈਸੇ ਦੀ ਡਿਮਾਂਡ ਆਫਰ ਕੀਤੇ? कदे करी 2 लाख ले लो, कदे 5 लाख ले लो। हाँ और बैठा हुआ है क्या वो जय किशन तेनू मैं ले आके दे दिया। ਕੌਣ ਜੈ ਕਿਸ਼ਨ ਕੌਣ ਹੈ? वो कांग्रेसी सुल्तानपुरी का एमएलए, एमएलए एक्स एमएलए सुल्तानपुरी का। एमएलए ਤੇ ਤੁਹਾਨੂੰ ਕੋਈ ਧਮਕੀ ਦਿੱਤੀ ਉਹਨਾਂ ਨੇ? ਕੁਝ हाँ, देती है, ਕੀ देती ਕਿਹਾ है। ਉਹਨਾਂ ਨੇ? अभी भी आ रहे हैं फोन घर में, अब भी आ रहे हैं, पीछे आ रहे हैं मेरे फोन। हाँ तो तेरी मम्मी मना करते भी फिर भी चलेगी गवाही देने वास्ते। ਕੋਈ ਡਰ ਲੱਗ ਰਿਹਾ? हाँ डर लग रहा है, बेटे बच्चे मेरे छोटे छोटे बहू है, डर नहीं लगता। 84 ਅੱਜ ਵੀ ਯਾਦ ਹੈ ਜੋ ਕੁਝ ਉਦੋਂ ਹੋਇਆ? याद है मेरे जो हमारे नाल होया है, ਕੀ ਹੋਇਆ ਉਸ ਵਕਤ? बहुत बुरा होया है, और की- इतना बुरा होया है, मैं कभी किसी दुश्मन के नाल भी ना करे। और की मेरे पिताजी ਨੂੰ ਮਾਰਾ, ਮੇਰੇ ਮਾਮੇ ਦੇ ਸਾਰੇ 5 ਬੱਚੇ ਸੀ, ਉਹ ਵੀ ਮਾਰ ਦਿੱਤੇ, ਮੇਰੇ ਮੁੰਡਾ ਮਾਰ ਦਿੱਤਾ। हाँ ਕੌਣ ਸੀ ਉਸ ਭੀੜ ਨੂੰ? ਕੌਣ ਲੀਡ ਕਰ ਰਿਹਾ? ਕੌਣ ਅਗਵਾਈ ਕਰ ਰਿਹਾ ਸੀ ਭੀੜ ਦੀ? यही सज्जन कुमार कर रहा सी उस टाइम। वो तखत विच बैठा सी, तखत विच खड़ा हो के ऐलान दे रहा सी बई सर मेरी माँ मर गई है, मार दो काट दो सरदारों ਨੂੰ। ਕੀ ਮੰਗ ਕਰਦੇ ਹੋ ਹੁਣ ਤੁਸੀਂ? ਕੀ ਮੰਗ ਕਰਨ ਪਹੁੰਚੇ? मांग की करते हैं भाई, यही कहते हैं हमारे बच्चे बचे रहें बस, और की है।
ਡਰ ਹੈਗਾ ਹੈ ਕਿ ਜਿਹੜੀ ਔਰਤ ਘਰ ਪਹੁੰਚ ਕੇ ਪੈਸੇ ਦਾ ਲਾਲਚ ਦੇ ਸਕਦੀ ਹੈ, ਉਹ ਸ਼ਾਇਦ ਜਾਨ ਵੀ ਲੈ ਸਕਦੀ ਹੈ। ਉਹ ਕਹਿ ਰਹੇ ਨੇ ਕਿ ਪਿੱਛੇ ਫੋਨ ਆ ਰਹੇ ਨੇ, ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਗਵਾਹੀ ਨਾ ਦਿੱਤੀ ਜਾਏ। ਕੈਮਰਾ ਪਰਸਨ ਰਾਮ ਬਹਾਦਰ ਦੇ ਨਾਲ ਹਰਪ੍ਰੀਤ ਸਿੰਘ, PTC ਨਿਊਜ਼, ਦਿੱਲੀ। 1984 ਸਿੱਖ ਕਤਲੇਆਮ ਦੀ ਮੁੱਖ ਗਵਾਹ ਚਾਮ ਕੌਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਅਤੇ ਕਿਹਾ ਜਾ ਰਿਹਾ ਕਿ ਉਹ ਗਵਾਹੀ ਦੇਣ ਨਾ ਜਾਣ, ਜਿਸ ਦੇ ਚੱਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਮ ਕੌਰ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ ਹੈ ਅਤੇ ਇਸ ਸੰਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ। 1984 ਜਦੋਂ ਦਿੱਲੀ ਵਿੱਚ ਜਿਹੜੇ ਬੇਗੁਨਾਹ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਉਸ ਦੇ ਇਨਸਾਫ ਦੀ ਦਰਕਾਰ ਹਜੇ ਵੀ ਬਾਕੀ ਹੈ। ਪਰ ਆਲਮ ਇਹ ਹੈ ਕਿ ਕੇਸ ਜਿਹੜੇ ਨੇ ਅਦਾਲਤਾਂ ਦੇ ਵਿੱਚ ਨੇ ਔਰ ਗਵਾਹਾਂ ਨੂੰ ਧਮਕਾਇਆ ਜਾ ਰਿਹਾ। ਪਟਿਆਲਾ ਹਾਊਸ ਕੋਰਟ ਦੇ ਵਿੱਚ ਜੋ ਕੇਸ ਚੱਲ ਰਿਹਾ, ਗਵਾਹ ਚਾਮ ਕੌਰ ਨੂੰ ਧਮਕਾਇਆ ਗਿਆ। ਸਾਫ਼ ਤੌਰ 'ਤੇ ਉਹਨਾਂ ਨੇ ਮੀਡੀਆ ਦੇ ਵਿੱਚ ਕਿਹਾ ਕਿ ਕਿਸ ਤਰੀਕੇ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ। ਸਾਡੇ ਨਾਲ ਪ੍ਰਧਾਨ ਮਨਜੀਤ ਸਿੰਘ ਜੀ ਕੇ ਜੀ ਨੇ। ਪ੍ਰਧਾਨ ਜੀ, ਲਗਾਤਾਰ ਜਿਹੜਾ ਹੈ ਇਹ ਧਮਕੀਆਂ ਜਦੋਂ ਤੋਂ ਇਹ 84 ਦਾ ਦੁਖਾਂਤ ਵਾਪਰਿਆ, ਗਵਾਹਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ। ਹਾਲ ਹੀ ਵਿੱਚ ਜਿਹੜੀ ਹੈ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ ਗਵਾਹਾਂ ਤੋਂ। ਮੈਂ ਸਮਝਦਾ ਕਿ ਇਹ ਬਹੁਤ ਵੱਡਾ ਇਸ਼ੂ ਹੈ ਕਿ ਪਹਿਲੇ ਤੇ 10-11 ਕਮੇਟੀਆਂ ਤੇ ਕਮਿਸ਼ਨਾਂ ਤੋਂ ਬਾਅਦ ਜਾ ਕੇ ਇਹ FIRਾਂ ਹੋਈਆਂ। ਜੇ FIRਾਂ ਹੋਈਆਂ, ਦਿੱਲੀ ਪੁਲਿਸ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ, CBI ਨੂੰ ਕੰਮ ਨਹੀਂ ਕਰਨ ਦਿੱਤਾ ਗਿਆ, ਧਮਕਾਇਆ ਗਿਆ ਉੱਤੋਂ ਦੀ ਅਫਸਰਾਂ ਵੱਲੋਂ, ਮਿਨਿਸਟਰਾਂ ਵੱਲੋਂ। ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜਿਹੜਾ ਕਹਿੰਦਾ ਸੀਗਾ ਕਿ ਬੜਾ ਪੇੜ ਗਿਰਦਾ ਤੋਂ ਧਰਤੀ ਹਿਲਦੀ ਹੈ। ਮੈਂ ਸਮਝਦਾ ਵਾਂ ਕਿ ਇਹ ਸਾਰੀ ਗੱਲਾਂ ਨੂੰ ਦੇਖਦੇ ਹੋਏ ਇਹ ਨਵਾਂ ਜਿਹੜੀ ਕੰਮ ਆਇਆ ਸਾਹਮਣੇ ਕਿ ਇੱਕ ਗਵਾਹ ਸੱਜਣ ਕੁਮਾਰ ਦੇ ਕੇਸ ਦੇ ਵਿੱਚ ਚਾਮ ਕੌਰ ਜੀ ਨੇ, ਉਹਨਾਂ ਨੂੰ ਕੱਲ੍ਹ ਉਹਨਾਂ ਦੇ ਘਰ ਜਾ ਕੇ ਕੁਝ ਬੰਦਿਆਂ ਨੇ, ਲੇਡੀਜ਼ ਨੇ ਜਾ ਕੇ ਉਹਨਾਂ ਨੂੰ ਆਖਿਆ ਕਿ ਤੁਹਾਡੀ ਪੋਤੀ ਦਾ ਵਿਆਹ ਤੇ ਤੁਸੀਂ ਸਾਡੇ ਕੋਲੋਂ ਕੁਝ ਪੈਸੇ ਲਓ, ਅਸੀਂ ਮਦਦ ਕਰਨਾ ਚਾਹੁੰਦੇ ਹਾਂ। ਉਹਨਾਂ ਦੇ ਆਈ ਕਾਰਡ ਵਗੈਰਾ ਲੈ ਲਏ ਔਰ ਆਈ ਕਾਰਡ ਵਗੈਰਾ ਲੈਣ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਜਿਹੜਾ ਜੈ ਕਿਸ਼ਨ ਫਾਰਮਰ MLA ਹੈ ਕਾਂਗਰਸ ਦਾ, ਉਹ ਥੱਲੇ ਗੱਡੀ 'ਚ ਬੈਠਾ ਹੈ। ਪਹਿਲੇ 5-6 ਲੱਖ ਦੀ ਗੱਲ ਕਰਦੇ ਰਹੇ, ਫਿਰ ਕਹਿੰਦੇ ਅਸੀਂ 10 ਲੱਖ ਰੁਪਏ ਦੇਣ ਤੱਕ ਤਿਆਰ ਹਾਂ ਔਰ ਤੁਸੀਂ ਕੱਲ੍ਹ ਗਵਾਹੀ ਦੇਣ ਨਹੀਂ ਜਾਣਾ। ਅੱਜ ਉੱਥੇ ਗਵਾਹੀ ਸੀਗੀ ਕੋਰਟ ਦੇ ਵਿੱਚ ਔਰ ਉਹਨਾਂ ਨੇ ਉਹਨਾਂ ਨੂੰ ਉੱਥੋਂ ਭਜਾਇਆ। ਸੱਜਣ ਕੁਮਾਰ ਦੇ ਕਹਿਣ 'ਤੇ ਆਏ ਸੀਗੇ, ਸੱਜਣ ਕੁਮਾਰ ਦੀ ਗਵਾਹੀ ਨੂੰ ਰੋਕਣ ਲਈ ਆਏ ਸੀਗੇ। ਮੈਂ ਸਮਝਦਾ ਕਿ ਇੱਕ ਤਾਂ ਇਹਨਾਂ ਦੀ ਸਿਕਿਉਰਿਟੀ ਦਿੱਤੀ ਜਾਵੇ। ਦੂਜੀ ਗੱਲ, ਸੱਜਣ ਕੁਮਾਰ ਨੂੰ ਫੌਰਨ ਤੌਰ 'ਤੇ ਜੇਲ੍ਹ 'ਚ ਪਾਉਣਾ ਚਾਹੀਦਾ, ਭਾਵੇਂ ਜਗਦੀਸ਼ ਟਾਈਟਲ ਹੋਵੇ। ਜਗਦੀਸ਼ ਟਾਈਟਲ ਦਾ ਵੀ ਖੁਲਾਸਾ ਕਿ ਇਹਨੇ 2 ਗਵਾਹ ਆਪਣੇ ਖਰੀਦ ਚੁੱਕਾ ਹੈ। ਮੈਂ ਇਹ ਸਮਝਦਾ ਵਾਂ ਕਿ ਇਹ ਬੜਾ ਵੱਡਾ ਇੱਕ ਨੁਕਸਾਨ ਸਾਨੂੰ ਇਨਸਾਫ ਦੀ ਲੜਾਈ ਦੇ ਵਿੱਚ ਮਿਲਦਾ ਪਿਆ। ਅਸੀਂ ਕੋਰਟ ਦੇ ਵਿੱਚ ਵੀ ਐਪਲੀਕੇਸ਼ਨ ਲਾ ਰਹੇ ਹਾਂ ਔਰ ਅਸੀਂ ਥਾਣੇ 'ਚ ਕੰਪਲੇਂਟ ਵੀ ਚਾਮ ਕੌਰ ਜੀ ਵੱਲੋਂ ਦੇ ਰਹੇ ਹਾਂ ਸੱਜਣ ਕੁਮਾਰ ਦੇ ਖਿਲਾਫ। ਔਰ ਪ੍ਰਧਾਨ ਜੀ, ਜੇਕਰ ਸੁਰੱਖਿਆ ਦੀ ਗੱਲ ਕਰੀਏ, ਸੁਰੱਖਿਆ ਜਿਹੜੀ ਹੈ ਗਵਾਹਾਂ ਤੋਂ ਵਾਪਸ ਲੈ ਲਈ ਗਈ ਸੀ। ਸੁਰੱਖਿਆ ਨੂੰ ਲੈ ਕੇ DSGMC ਕੀ ਕਰਨ ਜਾ ਰਹੀ ਹੈ? ਐਲਾਨ ਵੀ ਕੀਤਾ ਗਿਆ ਸੀ ਕਿ DSGMC ਜਿਹੜੀ ਹੈ ਸੁਰੱਖਿਆ ਦੇਵੇਗੀ ਔਰ ਗ੍ਰਹਿ ਮੰਤਰਾਲੇ ਤੱਕ ਦਾ ਵੀ ਰੁਖ ਕਰਨ ਦੀ ਗੱਲ ਕਹੀ ਸੀ ਕਿ ਜਿਹੜੀ ਹੈ ਗਵਾਹਾਂ ਨੂੰ ਸੁਰੱਖਿਆ ਦਿੱਤੀ ਜਾਵੇ। ਹੁਣ ਚਾਮ ਕੌਰ ਨੂੰ ਕੀ ਦਿੱਲੀ ਕਮੇਟੀ ਸੁਰੱਖਿਆ ਪ੍ਰਦਾਨ ਕਰੇਗੀ? ਦੇਖੋ, ਅਸੀਂ ਅੱਗੇ ਵੀ ਉਹਨਾਂ ਨੂੰ ਕਈ ਗਵਾਹਾਂ ਨੂੰ ਸੁਰੱਖਿਆ ਦਿੱਤੀ ਹੋਈ ਹੈ। ਕੋਰਟ ਨੇ ਸੁਰੱਖਿਆ ਦਿੱਤੀ ਸੀ ਵਾਪਸ ਲਈ। ਕੋਰਟ ਦੇ ਵਿੱਚ ਅੱਜ ਫਿਰ ਐਪਲੀਕੇਸ਼ਨ ਲਾ ਰਹੇ ਹਾਂ, ਲੇਕਿਨ ਜਿਨ੍ਹਾਂ ਨੂੰ ਲੋੜ ਪਏਗੀ ਦਿੱਲੀ ਗੁਰਦੁਆਰਾ ਕਮੇਟੀ ਸੁਰੱਖਿਆ ਦੇ ਰਹੀ ਹੈ, ਅੱਗੋਂ ਵੀ ਦੇਗੀ। ਔਰ ਇਸ ਮਾਮਲੇ ਦੇ ਵਿੱਚ ਹੁਣ ਅਗਲਾ ਰੁਖ ਕੀ ਰਹਿਣ ਵਾਲਾ ਦਿੱਲੀ ਕਮੇਟੀ ਦਾ? ਅਸੀਂ ਤੁਹਾਨੂੰ ਦੱਸਿਆ ਕਿ ਅਸੀਂ FIR ਵੀ ਦਰਜ ਕਰਾ ਰਹੇ ਹਾਂ ਔਰ ਉਸੇ ਕੋਰਟ 'ਚ ਐਪਲੀਕੇਸ਼ਨ ਲਗਾ ਰਹੇ ਹਾਂ ਕਿ ਸੱਜਣ ਕੁਮਾਰ ਨੂੰ ਅੰਦਰ ਕੀਤਾ ਜਾਵੇ। ਇਹ ਗਵਾਹਾਂ ਨੂੰ ਅੱਜ ਵੀ ਖਰੀਦੋ ਫਰੋਖਤ ਕਰ ਰਹੇ ਹਾਂ। ਸੋ ਪ੍ਰਧਾਨ ਮਨਜੀਤ ਸਿੰਘ ਜੀ ਕੇ ਜਿਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਜੋ 84 ਦੇ ਗਵਾਹ ਨੇ, ਉਹਨਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਸੁਰੱਖਿਆ ਵੀ ਦਿੱਤੀ ਜਾਏਗੀ ਔਰ ਨਾਲ ਹੀ ਜੋ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਚਾਮ ਕੌਰ ਨੂੰ ਧਮਕੀ ਦਿੱਤੀ ਗਈ ਹੈ, ਉਸ ਦੇ ਵਿੱਚ ਜਿਹੜੀ ਹੈ ਉਹ ਕੰਪਲੇਂਟ ਵੀ ਦਾਖਲ ਕਰ ਦਿੱਤੀ ਗਈ ਹੈ। ਕੈਮਰਾ ਪਰਸਨ ਸ਼ਸ਼ੀ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਦਿੱਲੀ। ਸੋ ਇਹ ਸਨ ਹੁਣ ਤੱਕ ਦੀਆਂ ਸਰਗਰਮੀਆਂ। ਜੇ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.tv। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਮੁੜ ਹੋਵਾਂਗੇ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।